नाल कर दो मड़े दूजा बड़ा स्टैंड ला लो ठीक गुरु साहिब जी एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद पत पावन भगत वत्सल कृपा निधान सर्व कला समर्थ खंडा ब्रह्मंडा दे मालक जुगो जुग अटल वाली है कुल आलम गरीब नवाज सच्चा पातशाह शब्द गुरु जगत गुरु ज्ञान का सागर गुरु धन गुरु श्री गुरु ग्रंथ साहिब जी महाराज के पावन पवित्र दरबार की हाजरी भर रही सर्वत संगतां वडभागी हो जो अपनी हाजरी गुरु चरणों च लवा रहे हो। दास की हाजरी भी गुरु चरणों च प्रवान करो। गुरु फतेह बुलाओ। वाहिगुरू जी का खालसा वाहिगुरू जी की फतेह। अदब सत्कार जो बाबा बोर्ड भाई साहब भाई अमरीक सिंह जी होनी महाराज की बड़ी कृपा है। चौकी के विद्वान है संगतां नूं नवें तो नवा खोज के इतिहास सुनाते तो नवियां कविता आप लिखते हैं। बड़ा आनंद बनया सी इन्होंने। उस तो उपरंत भाई जसवीर सिंह विद्यार्थी उन्होंने भी गुरु जस के इतिहास सुनाया। दास नूं भी हुक्म होया तुहाडे जोड़े झाड़न का समा भी बड़ा सीमित है। ये जी घड़ी है ये रुकती नहीं है। याद रखियो घड़ी गुट ते बनते हैं। बस ਇਹਦਾ ਇੱਕੋ ही ਅਸੀਂ अर्थ रखते हैं कि टाइम वेख लईदा काम कार करन लगे हैं। पर महाराज जी कहते ने तू सिख है सिख ये घड़ी भी सिखिया दे रही हो भजी जा रही हो ना। ये भी तेनों कुछ कह के जा रही है ऐसा नहीं जा रही। घड़ी की एक सूई है जी तेज दौड़ती है टिक टिक करती लंघ जाती है। एक गेड़ा लेके जो पूरा आती है तो एक आदेश कर जाती एक सुनेहा दे जाती बंदिया तेरी जिंदगी दे विचों एक सैकंड गया। दूजी सूई जिहड़ी आ जदों वो गेड़ा लैके आउंदी है तो गेड़ा पूरा करके सुनेहा वो भी दे जाती है मित्रा तेरी जिंदगी दे विचों एक घंटा खत्म। छोटी सूई जो वो पूरा गेड़ा लियाउंदी है 12 घंटिया बाद वो भी एक सुनेहा दे जाती है बंदिया तेरी जिंदगी चो एक दिन खत्म। सो इधर भी चले गए तो बड़ा लंबा है रात है पहर है आप 10 विचार वाल जाना तक समा जड़ा ना बहुत सीमित है। हुक्म होया बाबा जीवन सिंह साहब जी का ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਉਂਦਾ ਚਾਂਦਨੀ ਚੌਕ ਤੋਂ ਆਪਾਂ ਉਹ ਇਤਿਹਾਸ ਸੁਣਾਉਣਾ। ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝ ਪਾ ਲਈਏ। ਸਾਧ ਸੰਗਤ ਮਹਾਰਾਜ ਦਾ ਪਵਿੱਤਰ ਹੁਕਮ ਹੈ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਲਾਖੂ ਪਾਏ ਜੀਓ। पढ़ते हैं आप कि गौर कर लीए तो सानू किसी पासे छुपन को जगह नहीं लभेगी। महाराज जी कहते जो तीसरे गुर सिखड़ा ते सुनैवरे लाखों पाए जियो की महाराज तुहानू सिख ही नहीं दिए। तुसीं आखदे पए हो कि जे किते कोई दिस पवे इत्थे कई जिहड़े संत हैं वो तो दूजिया को कहेंगे पर गुरु साहब जी अपने आप को कह रहे हैं। गुरु ग्रंथ साहब जी कह रहे हैं
ਵੀ ਮੈਨੂੰ ਕੋਈ ਸਿੱਖ ਦਿਸ ਪਵੇ ਤਾਂ ਮੈਂ ਉਹਦੇ ਪੈਰੀ ਪੈ ਜਾ। ਮਹਾਰਾਜ ਕਹਿ ਰਹੇ ਨੇ, ਇੱਕ ਥਾਂ ਨਹੀਂ ਕਹਿ ਰਹੇ, ਬਹੁਤ ਜਗ੍ਹਾ ਤੇ ਕਹਿ ਰਹੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ। ਕਿਹੜੇ ਗੁਰ ਸਿੱਖ ਦੀ ਗੱਲ ਕਰਾਂਗੇ? ਬੜੀ ਗਹਿਰੀਆਂ ਗੱਲਾਂ ਨੇ ਮਹਾਰਾਜ। ਇਸੇ ਤਰ੍ਹਾਂ ਕਹਿ ਰਹੇ ਨੇ ਕਿ ਜਨ ਨਾਨਕ ਧੂੜ ਕਿੱਥੇ ਲਾਈ ਜਾਂਦੀ ਆ? ਮੱਥੇ ਤੇ। ਮਹਾਰਾਜ ਜੀ ਕਹਿੰਦੇ ਮੈਂ ਉਸ ਸਿੱਖ ਦੀ ਚਰਨ ਧੂੜ ਮੱਥੇ ਤੇ ਲਾਵਾਂ। ਕਿਹੜੇ ਦੀ? ਜੋ ਆਪ ਜਪੈ ਅਵਰਾ ਨਾਮ ਜਪਾਵੇ। ਤੇ ਇਸੇ ਤਰ੍ਹਾਂ ਮਹਾਰਾਜ ਨੇ ਕਿਹਾ ਜੋ ਦਿਸੇ ਕੋ ਸਿੱਖੜਾ ਤੇ ਸੁਨੇਵ ਨੇ ਲਾਗੂ ਪਾਏ ਜਿਉ। ਇਹਦਾ ਮਤਲਬ ਇਹ ਆ ਵੀ ਸਿੱਖ ਨਹੀਂ ਦਿਆਂਗੇ। ਜੇ ਹੁੰਦੇ ਤੇ ਗੁਰੂ ਨੂੰ ਦਿਸਦੇ ਨਾ, ਸਿੱਖੀ ਕਮਾਈਏ। ਭਾਈ ਮੰਝ ਨੇ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਕੀ ਭਲਾਸੀ ਆ, ਕੀ ਚਾਹੀਦਾ ਈ? ਮਹਾਰਾਜ ਸਿੱਖੀ ਬਖਸ਼ ਦਿਓ। ਮਹਾਰਾਜ ਕਹਿਣ ਲੱਗੇ ਸਿੱਖੀ ਕੋਈ ਵਸਤੂ ਹੈ ਜਿਹੜੀ ਬਖਸ਼ਦੀ ਹੈ? ਸਿੱਖੀ ਕਮਾਉਣੀ ਪੈਂਦੀ ਹੈ। ਆ ਬਾਣਾ ਤੇ ਬਾਜ਼ਾਰੋਂ ਮਿਲਦਾ, ਦਸਤਾਰ ਬਾਜ਼ਾਰੋਂ ਮਿਲਦੀ, ਚੰਦ ਤੋੜੇ ਕੜੇ ਚੱਕਰ ਕਿਰਪਾਨ ਖਜ਼ਾਨੇ ਸਭ ਕੁਝ ਬਾਜ਼ਾਰੋਂ ਮਿਲਦਾ, ਪਰ ਸਿੱਖੀ ਕਮਾਉਣੀ ਪੈਂਦੀ ਹੈ। ਮੇਰੀਆਂ ਭੈਣਾਂ ਧਿਆਨ ਦੇ, ਗੁਰੂ ਸਾਹਿਬ ਜੀ ਬੜਾ ਹੀ ਸਨਮਾਨ ਦਿੰਦੇ ਨੇ ਜਿਹੜੀ ਮਾਂ ਕੋਈ ਸੂਰਮਾ ਦਾਨੀ ਮਹਾਂਪੁਰਸ਼ ਪੈਦਾ ਕਰਦੀ ਹੈ। ਸਾਈਂ ਤੁਲਸੀਦਾਸ ਨੇ ਇੱਕ ਬਚਨ ਕੀਤਾ ਹੈ, ਕਹਿੰਦਾ ਜਨਨੀ ਜਨੇ ਤਾਂ ਭਗਤ ਜਨ ਕਹਿ ਰਾਤੇ ਕਹਿ ਸੂਰ ਨਾਹੀ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ। ਅੱਜ ਕੱਲ ਆਪਾਂ ਇਹ ਸੋਚਦੇ ਆ, ਗੌਰ ਕਰਿਓ, ਤੁਸੀਂ ਸਮਾਗਮ ਰੱਖਿਆ, ਆਪਣਾ ਕੀਮਤੀ ਸਮਾਂ ਕੱਢ ਕੇ ਆਣ ਕੇ ਹਾਜ਼ਰੀ ਭਰਦੇ ਪਏ ਹੋ, ਸਮੇਂ ਨੂੰ ਸਫਲਾ ਕਰਦੇ ਪਏ ਹੋ, ਤੇ ਗੌਰ ਜ਼ਰੂਰ ਕਰਿਓ। ਮਹਾਰਾਜ ਕਹਿੰਦੇ ਨੇ ਨਾ ਵੀ ਪਰੇਸ਼ਾਨੀ ਹੁੰਦੀ ਆ ਤੇ ਅਸੀਂ ਭੱਜਦੇ ਆ ਕਈ ਵਾਰੀ ਪੀਰਾਂ ਦੇ ਦਾਤੇ ਕਬਰਾਂ ਤੇ, ਕਈ ਵਾਰੀ ਭੱਜਦੇ ਅਸੀਂ ਪੰਡਤਾਂ ਦੇ ਕੋਲ ਪੱਤਰੀਆਂ ਵਿਖਾਉਂਦੇ, ਕਈ ਵਾਰੀ ਮੌਲਵੀਆਂ ਕੋਲ ਤਵੀਤ ਭਾਲਦੇ, ਪਰ ਵਿਚਾਰ ਨਹੀਂ ਕਰਦੇ। ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਉਹ ਆ ਜਿਹੜਾ ਗੁਰੂ ਦੇ ਨਾਲ ਵਿਚਾਰ ਕਰਦਾ ਹੈ। ਮਹਾਰਾਜ ਕਹਿੰਦੇ ਬੰਦਿਆ ਪਰੇਸ਼ਾਨੀ ਹੋਰ ਕਿਤੇ ਨਹੀਂ ਆ, ਪਰੇਸ਼ਾਨੀ ਤੇਰੇ ਅੰਦਰ ਹੈ। ਇਸ ਲਈ ਜੇ ਤੂੰ ਚਾਹਦਾ ਵੀ ਪਰੇਸ਼ਾਨੀ ਨਾ ਆਵੇ ਤੇ ਸਤਿਗੁਰੂ ਕਹਿੰਦੇ ਬੰਦੇ ਖੋਜ ਦਿਲ, ਅਸੀਂ ਬਾਹਰ ਖੋਜਣ ਗਏ। ਧਰਤੀ ਖੋਜ ਲਈ, ਅਸਮਾਨ ਖੋਜ ਲਿਆ, ਚੰਦ ਤੇ ਜਾ ਕੇ ਚੜ੍ਹ ਕੇ ਉਹ ਖੋਜ ਲਿਆ, ਸਮੁੰਦਰ ਖੋਜ ਲਿਆ, ਪਹਾੜ ਖੋਜ ਲਏ, ਸੁੱਖ ਨਹੀਂ ਮਿਲਿਆ। ਪਦਾਰਥ ਵਾਧੂ ਮਿਲੇ, ਪਦਾਰਥ ਖੋਜੇ ਆਪਾਂ, ਉਹ ਬਾਹਰੋਂ ਖੋਜੇ ਆ ਨਾ। ਇਸੇ ਕਰਕੇ ਬੰਦੇ ਨੂੰ ਇੱਕ ਭਰਮ ਪੈਦਾ ਹੋ ਗਿਆ ਕਿ ਆਤਮਿਕ ਸ਼ਾਂਤੀ, ਮਨ ਦਾ ਸਕੂਨ ਇਹ ਵੀ ਸ਼ਾਇਦ ਬਾਹਰੋਂ ਮਿਲੇਗਾ। ਪਰ ਮਹਾਰਾਜ ਜੀ ਕਹਿੰਦੇ ਨਹੀਂ, ਇਹ ਤੈਨੂੰ ਮਿਲਣਾ ਅੰਦਰੋਂ। ਦਿਲ ਖੋਜ, ਫਿਰ ਕੋਈ ਪਰੇਸ਼ਾਨੀ ਨਹੀਂ ਰਹੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਿਆ ਕਰੋ, ਗੁਰੂ ਦੇ ਪਿਆਰੇ ਤੁਹਾਡੀ ਹਰ ਗੱਲ ਦਾ ਜਵਾਬ ਦਿੰਦੇ ਆ। UN ਦੇ ਵਿੱਚ ਵਰਲਡ ਦੀ ਆਬਾਦੀ 7 ਅਰਬ ਮੰਨੀ ਗਈ ਹੈ, ਤੇ 7 ਅਰਬ ਆਬਾਦੀ ਦੇ ਵਿੱਚ 350 ਧਰਮ ਮੰਨੇ ਗਏ ਨੇ, 350, ਤੇ ਹਰ ਇੱਕ ਧਰਮ ਦਾ ਇੱਕ ਧਰਮ ਗ੍ਰੰਥ ਮੰਨਿਆ ਗਿਆ ਹੈ। 350 ਗ੍ਰੰਥਾਂ ਦੇ ਵਿੱਚੋਂ ਇੱਕੋ ਇੱਕ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ, ਜਿਹਨੂੰ ਸਾਇੰਸ ਨੇ ਵੀ ਕਿਹਾ ਵੀ ਇਹ ਜਿੰਦਾ ਹੈ। ਇਹ ਜਿੰਦਾ ਸੁਣੋ, ਅੱਜ ਕੁਰਾਨ ਸ਼ਰੀਫ, ਵੇਦ ਸ਼ਾਸਤਰ, ਬਾਈਬਲ ਬੜੇ ਗ੍ਰੰਥ ਨੇ, ਕਿਸੇ ਦੇ ਨਾਲ ਸਾਈਕਲ ਦੀ ਰਜਿਸਟਰੀ ਕਰਾ ਕੇ ਵਿਖਾਓ, ਪਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਭਾਵੇਂ ਸਾਰਾ ਦੇਸ਼ ਰਜਿਸਟਰ ਕਰਾ ਦਿਓ, ਕਦੀ ਮਰੇ ਬੰਦੇ ਤੇ ਕੋਈ ਰਜਿਸਟਰ ਨਹੀਂ ਹੁੰਦਾ।
जे मरे के नां ते कोई चढ़िया होवे उस तो लथ जाता है कि हुण मर गया है, इहदा मालक कोई नहीं रह गया। जे कोई वारस ना होवे ते वो मुड़ के सरकार का बन जाता है। पर धन गुरु श्री गुरु ग्रंथ साहिब जी महाराज जिंदा स्वरूप है। जिथे तुलसीदास ने कहा जननी जने तो भगत जन कह दाते कैसूर, नाहे तो जननी बाज रहे काहे गवावे लोग। उथे धन गुरु श्री गुरु ग्रंथ साहिब जी कहते जी जननी जो विचार नहीं करती, जो जननी ने सोच समझ के किसी बच्चे को जन्म नहीं दिता, तो महाराज जी कहते पूत जनूरा धी जनूरी जोरू जिन्हां दा सिकदार। जिन्हें प्लानिंग करके किसी बच्चे को जन्म नहीं दिता, वो जड़े बच्चे पैदा हो रहे ने धीयां जिन भूत पैदा हो रहे ने, पुत्र भूत ते धीयां जिन चड़ेला भूत पैदा हो रहे ने, जड़े जमण वाली का जन्म देने वाले का भी अदब सत्कार नहीं करते। इसलिए तुलसीदास ने कहा कि जन्म देने लगे सोचा कर कि मैं जन्म दवा ਜਾਂ ਕਿਸੇ ਦਾਤੇ ਨੂੰ ਜਿਹੜਾ ਦਾਨੀ ਹੋਵੇ, ਜਾਂ ਕੋਈ ਭਗਤ ਹੋਵੇ, ਜਾਂ ਕੋਈ ਸੂਰਮਾ ਹੋਵੇ, ਉਹਨੂੰ ਜਨਮ ਦੇਵਾਂ। ਅੱਜ ਜੇ ਸਿੱਖ ਪੰਥ ਦੇ ਵਿੱਚ ਬਹੁਤ ਸਾਰੀ ਘਾਟ ਆ ਗਈ ਨਾ, ਗਿਰਾਵਟ ਆ ਗਈ ਹੈ। ਜੇ ਸਿੱਖ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ, ਪੰਜ ਪਿਆਰੇ ਸਾਹਿਬਾਨ ਦਰਬਾਰ ਚ ਆਏ, ਉਹਨਾਂ ਦੇ ਨਾਂ ਦਾ ਜਕਾਰਾ ਛੱਡੀਏ, ਬੋਲੇ ਅੱਜ ਜੇ ਸਿੱਖਾਂ ਦੇ ਘਰੇ ਪੈਦਾ ਹੋ ਕੇ ਸਿੱਖ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਹਨ, ਉਹਦੇ 'ਚ 95% ਮਾਵਾਂ ਦਾ ਕਸੂਰ ਜੇ। ਮੈਂ ਸਟੱਡੀ ਕਰਦਾ, ਕਈ ਬੱਚਿਆਂ ਨੂੰ ਪੁੱਛੀਦਾ ਬਈ ਤੂੰ ਸਿੱਖਾਂ ਦਾ ਪੁੱਤ ਹੈ ਤੇ ਸਿੱਖ ਦੇ ਦਾੜੀ ਕੇਸ ਰੱਖਦੇ, ਤੂੰ ਕੇਸ ਕਤਲ ਕਰਾਏ ਨੇ ਕਿਉਂ? ਤੇ ਸਾਰੇ ਬੱਚਿਆਂ ਦਾ ਇੱਕੋ ਹੀ ਜਵਾਬ ਹੁੰਦਾ, ਮੈਨੂੰ ਨਹੀਂ ਪਤਾ। ਕਿਹਨੇ ਕਰਾਏ ਨੇ? ਮੰਮੀ ਨੇ ਕਰਾ ਦਿੱਤੇ। ਸਾਧ ਸੰਗਤ ਜੀ, ਜਿਹੜਾ ਬੱਚਾ ਸੂਰਬੀਰ ਬਹਾਦਰ ਦਾਨੀ ਭਗਤ ਹੋਏਗਾ, ਉਹਦੀ ਮਾਂ ਨੂੰ ਸਲਾਮਾਂ ਹੁੰਦੀਆਂ ਨੇ, ਸਦਕੇ ਉਹ ਤੈਨੂੰ ਜਨਮ ਦੇਣ ਵਾਲੀ ਦੇ। ਤੇ ਜਿਹਦਾ ਬੱਚਾ ਨੀਚ ਫਰੇਬੀ ਬਦਮਾਸ਼ ਨਸ਼ੇੜੀ ਕੀ ਕੁਛ ਕਵਾਂਗੇ, ਜਿਹੜਾ ਕੁਲ ਦਾਗੀ ਹੁੰਦਾ, ਉਹ ਬੱਚਾ ਪੈਦਾ ਹੋਵੇ ਸਿਰ ਮੂੰਹ ਮਨਾਏ, ਨਦੀਆਂ ਪਾਈਆਂ ਸੁਲਫੀਆਂ ਪੀਂਦੇ, ਚੋਰੀਆਂ ਕਰਦੇ, ਪਕੜੇ ਜਾਂਦੇ, ਤੇ ਪਤਾ ਕੀ ਕਹਿੰਦੇ, ਇਹਨੂੰ ਜੰਮਣ ਤੋਂ ਪਹਿਲਾਂ ਤੇਰੀ ਮਾਂ ਕਿਉਂ ਨਾ ਮਰ ਗਈ। ਯਾਦ ਰੱਖਿਓ, ਇਹ ਗਾਲ ਵੀ ਤੁਹਾਨੂੰ ਹੀ ਜਾਣੀ ਹੈ ਤੇ ਸ਼ੇਰ ਵੀ ਤੁਹਾਨੂੰ ਜਾਣਾ। ਅੱਜ ਲੋਕੀ ਯਾਦ ਕਰਦੇ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ, ਤੇ ਪ੍ਰਚਾਰਕ ਜਿਹੜੇ ਨੇ ਕਹਿੰਦੇ ਧੰਨ ਆ ਉਹਦੀ ਜਨਨੀ। ਲੋਕੀ ਯਾਦ ਕਰਦੇ ਨੇ ਸਵਾ ਮਨ ਪੀਸਿਆ ਬੀਬੀਆਂ ਨੇ। ਤੇ ਸਾਧ ਸੰਗਤ ਜੀ, ਹਿਸਟਰੀ ਦੱਸਦੀ ਆ, ਹਿਸਟਰੀ ਆ ਇੱਕ ਬਚਨ ਬੀਬੀਆਂ ਨਾਲ ਸਾਂਝਾ ਕਰਕੇ ਨਾ, ਤੇ ਆਪਾਂ ਸੀਸ ਦੀ ਯਾਤਰਾ ਕਿਵੇਂ ਹੋਈ, ਕਿਵੇਂ ਲਿਆਂਦਾ, ਬਸ ਇਹ ਇਤਿਹਾਸ ਸੁਣਾ ਕੇ ਫਤਿਹ ਬੁਲਾਵਾਂਗੇ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਾਨਕ ਨਾਮ ਜਹਾਜ਼ ਹੈ, ਹਾਂ ਆਹ ਗੱਲ ਯਾਦ ਰੱਖਿਓ, ਜਿਹੜਾ ਚੜ੍ਹੇਗਾ ਪਾਰ ਉਹ ਉਤਰੇਗਾ, ਜਿਹੜਾ ਗਾਈ ਜਾਵੇਗਾ ਉਹ ਨਹੀਂ। ਤੇ ਰੋਜ਼ ਗਾਉਣੇ ਨਾਨਕ ਨਾਮ ਜਹਾਜ਼ ਹੈ ਚੜ੍ਹੇ, ਇਹ ਯਾਦ ਰੱਖਿਆ ਕਰੋ ਕਿ ਪਾਰ ਕੌਣ ਉਤਰੇਗਾ, ਜਿਹੜਾ ਚੜ੍ਹੇਗਾ। ਆ ਜਾਓ ਅੱਜ ਨਾਨਕ ਨਾਮ ਜਹਾਜ਼ ਦੀਆਂ ਤੁਹਾਨੂੰ ਟਿਕਟਾਂ ਬੁੱਕ ਹੋਣੀਆਂ ਜੇ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲੈਣੀ ਹੈ, ਪੰਜ ਪਿਆਰੇ ਸਾਹਿਬਾਨ ਸਜੇ ਹੋਏ ਨੇ, ਉਹ ਗੁਰੂ ਕੀ ਸੰਗਤ ਦੇ ਜਿਹੜੇ ਅਭਲਾਸੀ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲੈਣੀ ਹੈ, ਕੇਸੀ ਇਸ਼ਨਾਨ ਕੀਤੇ ਹੋਏ ਨੇ, ਉਹ ਦਰਬਾਰ ਦੇ ਅੰਦਰ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਮੀਰ ਮਨੂੰ ਨੇ
ਜਲਾਦਾਂ ਤੋਂ ਵੀ ਵੱਧ ਘਿਨਾਉਣੇ ਕਰਮ ਕੀਤੇ। ਜਦੋਂ ਸਿੱਖ ਦੀ ਨਜ਼ਰ ਆਉਂਦੇ ਪੰਜਾਬ 'ਚ ਤੇ ਕਹਿਣ ਲੱਗਾ ਇਹ ਨਗਰ ਨਾ ਭਾਗਾਂ ਵਾਲਾ ਹੈ, ਇਤਨੀ ਗੁਰੂ ਦੀ ਕਿਰਪਾ ਹੋਈ, ਕਿੰਨੇ ਪ੍ਰਾਣੀ ਖੰਡੇ ਬਾਟੇ ਦੀ ਪਹੁ ਲੈਣ ਲੱਗੇ ਨੇ, ਇਹ ਭਾਗਾਂ ਵਾਲਾ ਨਗਰ ਹੈ। ਅਸੀਂ ਪ੍ਰਚਾਰ ਤਾਂ ਹਰ ਪਿੰਡ 'ਚ ਕਰਾਉਣੇ ਆ, ਪਰ ਅੰਮ੍ਰਿਤ ਸੰਚਾਰ ਇਹ ਕਿਤੇ ਕਿਤੇ ਹੁੰਦਾ ਹੈ। ਭਾਗਾਂ ਵਾਲਾ ਨਗਰ ਹੈ, ਅੰਮ੍ਰਿਤ ਸੰਚਾਰ ਹੋ ਰਿਹਾ ਤੇ ਪ੍ਰਾਣੀ ਤਿਆਰ ਹੋ ਰਹੇ ਨੇ। ਮੀਰ ਮਨੂੰ ਨੇ ਵੇਖਿਆ ਕਿ ਹੁਣ ਗੌਰ ਕਰਿਓ ਮੇਰੀਓ ਭੈਣੋ, ਸਿੱਖ ਇੰਨੇ ਬਹਾਦਰ, ਦੀਨ ਦੇ ਪੂਰੇ, ਈਨ ਦੇ ਪੂਰੇ, ਇਹਨਾਂ ਨੂੰ ਜਨਮ ਦੇਣ ਵਾਲਿਆਂ ਨੂੰ ਫੜੋ। ਇਹ ਹਾਰਦੇ ਨਹੀਂ, ਇਹ ਮੁੱਕਦੇ ਨਹੀਂ, ਇਹ ਮਰਦੇ ਨਹੀਂ, ਖਤਮ ਨਹੀਂ ਹੁੰਦੇ। ਇਹਨਾਂ ਦੀਆਂ ਜਨਨੀਆਂ ਫੜੋ। ਸਿੱਖ ਬੀਬੀਆਂ ਨੂੰ ਫੜ ਕੇ ਲਾਹੌਰ ਲੈ ਗਏ। ਲਾਹੌਰ ਤੋਂ ਫਤਵਾ ਲਾ ਦਿੱਤਾ ਕਿ ਇਹਨਾਂ ਨੂੰ ਮੁਸਲਮਾਨ ਬਣਾਓ। ਬੀਬੀਆਂ ਨੂੰ ਪੁੱਛਿਆ ਗਿਆ, ਉਹਨਾਂ ਇਨਕਾਰ ਕਰ ਦਿੱਤਾ ਕਿ ਅਸੀਂ ਸਿੱਖ ਹੈ ਤੇ ਸਿੱਖੀ 'ਚ ਰਵਾਂਗੇ। ਕਹਿਣ ਲੱਗਾ ਇਹਨੂੰ ਥੋੜਾ ਜਿਹਾ ਤਕਲੀਫ ਦਿਓ, ਅੱਜ ਸਾਰਾ ਦਿਨ ਧੁੱਪੇ ਬਹਾਓ ਤੇ ਪਾਣੀ ਪਿਆਸੀਆਂ ਨੂੰ ਤੜਪਦੀਆਂ ਨੂੰ ਦਿਓ, ਥੋੜਾ ਥੋੜਾ ਦਿਓ। ਸ਼ਾਮਾਂ ਪਈਆਂ ਤੇ ਕਹਿਣ ਲੱਗਾ ਅੱਜ ਨਹੀਂ ਕਹਿਣਗੀਆਂ ਕਿ ਅਸੀਂ ਸਿੱਖੀ 'ਚ ਰਾਜੀ ਹਾਂ, ਅੱਜ ਤੇ ਆਪ ਤਰਲੇ ਕਰਨਗੀਆਂ ਵੀ ਅਸੀਂ ਇਸਲਾਮ ਕਬੂਲ ਕਰਦੀਆਂ। ਜਦੋਂ ਗਏ ਨਾ ਸ਼ਾਮਾਂ ਦਾ ਟਾਈਮ, ਮੀਰ ਮਨੂੰ ਗਿਆ ਬੀਬੀਆਂ ਦੇ ਉਸ ਜੱਥੇ ਵੱਲ ਜਿੱਥੇ ਕੈਦ ਕੀਤੀਆਂ ਸੀ। ਬੀਬੀਆਂ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕਰਨ ਦੀਆਂ ਨੇ। ਖਲੋ ਗਿਆ। ਅਰਦਾਸ ਦੇ ਵਿੱਚ ਸ਼ਬਦ ਆਏ ਵੀ ਤੇਰੇ ਭਾਣੇ 'ਚ 4 ਪੈਰ ਦਿਨ ਸੁੱਖ ਨਾਲ ਬਤੀਤ ਹੋਇਆ। 4 ਪੈਰ ਰਹਿਣ ਆਈਏ, ਸੁੱਖ ਨਾਲ ਬਤੀਤ ਕਰੀ ਤੇ ਭੁੱਲਾਂ ਦੀ ਖਿਮਾ ਬਖਸ਼ਦੀ। ਮੈਂ ਸ਼ਾਰਟਕਟ ਗੱਲ ਕਰ ਰਿਹਾ। ਮੀਰ ਮਨੂੰ ਵਾਪਸ ਆਇਆ, ਆਪਣੇ ਵਜ਼ੀਰ ਨੂੰ ਕਹਿਣ ਲੱਗਾ, ਕਹਿੰਦਾ ਇਹ ਤਾਂ ਕਹਿੰਦੀਆਂ ਸੁੱਖ 'ਚ ਬੀਤੇ 4 ਪੈਰ। ਕਹਿੰਦਾ ਫਿਰ ਕਦ ਨਹੀਂ ਕਹਿਣਗੀਆਂ ਵੀ ਸੁੱਖ 'ਚ ਬੀਤੇ ਆ। ਅਗਲੇ ਦਿਨ ਸੁਣਾ ਦਿੱਤੀ ਸਜ਼ਾ। ਕਹਿੰਦੇ ਵੀ ਇਹਨਾਂ ਨੂੰ 50-50 ਕਿਲੋ ਸਵਾ ਮਣ ਕਣਕ ਦੇ ਦਿਓ ਪੀਸਣ ਵਾਸਤੇ। ਧੁੱਪੇ ਬਿਠਾ ਕੇ ਕਹਿੰਦਾ ਕੋਈ ਚੱਕੀ ਪਿਆ, ਅੱਧੀ ਰੋਟੀ ਦੇਣੀ ਆ, ਵੱਧ ਨਹੀਂ ਦੇਣੀ, 1 ਪਿਆਲੀ ਪਾਣੀ ਦੇਣਾ। ਸ਼ਾਮਾਂ ਪੈ ਗਈਆਂ, ਸਾਰਾ ਦਿਨ ਚੱਕੀਆਂ ਚੱਲਦੀਆਂ ਰਹੀਆਂ। ਜਿਹਦੀ ਚੱਕੀ ਖਲੋਂਦੀ ਸੀ ਉਹਦੇ ਵਿੱਚੋਂ ਹੰਟਰ ਵੱਜਦਾ ਸੀ। ਸ਼ਾਮਾਂ ਪੈ ਗਈਆਂ, ਆਪਣੇ ਵਜ਼ੀਰ ਨਾਲ ਗੱਲਾਂ ਕਰਦਾ। ਕਹਿੰਦਾ ਫਿਰ ਅੱਜ ਨਹੀਂ ਕਹਿੰਦੀਆਂ ਵੀ 4 ਪੈਰ ਦਿਨ ਸੁੱਖ ਨਾਲ ਬਤੀਤ ਹੋਇਆ। ਮੇਰੀਓ ਭੈਣੋ ਧਿਆਨ ਦਿਓ ਜੇ ਤੁਹਾਡੀ ਗੱਲ ਚੱਲਦੀ ਪਈ ਆ, ਕੋਈ ਕੋਈ ਸੁਣਾਉਂਦਾ ਜੇ ਤੁਹਾਡੀ ਗੱਲ। ਕਹਿੰਦਾ ਇਹ ਅੱਜ ਨਹੀਂ ਕਹਿਣਗੀਆਂ ਵੀ 4 ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਪਰ ਹੋਇਆ ਉਲਟ। ਅਰਦਾਸ ਕਰਦੀਆਂ ਪਈਆਂ ਬੀਬੀਆਂ, ਸੱਚੇ ਪਾਤਸ਼ਾਹ ਤੇਰੇ ਭਾਣੇ 'ਚ 4 ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, 4 ਪੈਰ ਰਹਿਣ ਆਈ। ਕਚੀਚੀ ਵੱਡੀ ਹੈ, ਇਹ ਵੀ ਸੁੱਖ ਹੈ ਇਹਨਾਂ ਵਾਸਤੇ। ਫਿਰ ਮੈਨੂੰ ਕਿੰਨਾ ਮੀਰ ਮਨੂੰ ਕਹਿੰਦਾ ਕੱਲ ਨਹੀਂ ਕਹਿਣਗੀਆਂ 4 ਪੈਰ ਦਿਨ ਸੁੱਖ ਨਾਲ ਬਤੀਤ ਹੋਇਆ। ਉਹਨੇ ਟੁੱਟ ਗਿਆ ਉਹਦਾ। ਅਗਲੇ ਦਿਨ ਕਰੂਰਤਾ ਵਰਤੀ, ਕਹਿਣ ਲੱਗਾ ਇਹਨਾਂ ਦੇ ਬੱਚੇ ਗੋਦੀਆਂ ਚੋਂ ਖੋਹ ਕੇ ਜ਼ਮੀਨ ਤੇ ਰੱਖੋ, ਛੁਰਾ ਮਾਰ ਕੇ ਢਿੱਡ ਪਾੜ ਦਿਓ ਤੇ ਹੱਥ ਪਾ ਕੇ ਆਂਦਰਾ ਕੱਢ ਲਓ। ਉਹ ਆਂਦਰਾ ਮਾਂ ਦੇ ਗਲ 'ਚ ਪਾ ਦਿਓ। ਬੱਚੇ ਨੂੰ ਜ਼ਮੀਨ ਤੇ ਲਟਾ ਦਿਓ, ਉਹਦੇ ਚੌਂਕਦੇ ਨੂੰ ਖੋਹ ਕੇ ਉਹਦਾ ਕਾਲਜਾ ਕੱਢੋ, ਛੁਰੀ ਮਾਰੋ ਦਿਲ ਤੇ, ਕਾਲਜਾ ਕੱਢੋ ਮਾਂ ਦੇ ਮੂੰਹ 'ਚ ਪਾ ਦਿਓ। ਇਹ ਕਥਾ ਸੁਣਦੇ ਆ ਪਏ, ਪਰ ਆਪਣੇ ਬੱਚੇ ਅੱਗੇ ਰੱਖਿਓ ਵੀ ਜੇ ਮੈਂ ਉਸ ਸਜ਼ਾ ਦੇ ਵਿੱਚ ਹੁੰਦੀ ਤੇ ਮੇਰੇ ਤੇ ਕੀ ਬੀਤਦੀ, ਫਿਰ ਤੁਹਾਨੂੰ ਕੁਛ ਇਹਦਾ ਰਹਿਸ ਸਮਝ ਆ ਜਾਏਗਾ। ਕਹਿੰਦਾ ਇਹਨਾਂ ਦੇ ਬੱਚੇ ਖੋਲੋ ਤਾਂ ਸੁੱਟੋ, ਥੱਲੇ ਨੇਜਾ ਕਰ ਦਿਓ, ਪਰੋ ਦਿਓ ਨੇਜੇ। ਬੱਚਾ ਖੋਲੋ ਗੋਦੀ ਚੋਂ, ਟੰਗ ਤੋਂ ਲੱਤ ਤੋਂ ਫੜ ਲਓ,
ਨਿੱਕੇ ਨਿੱਕੇ ਟੋਟੇ ਕਰ ਦਿਓ, ਉਹ ਟੋਟੇ ਚੁੱਕ ਕੇ ਤੇ ਮਾਂ ਦੀ ਝੋਲੀ 'ਚ ਪਾ ਦਿਓ। ਮੈਂ ਵੇਖਦਾ ਕਿਵੇਂ ਕਹਿੰਦੀਆਂ ਨੇ 4 ਪੈਰ ਦਿਨ ਸੁੱਖ ਨਾਲ ਬਤੀਤ ਹੋਏ। ਅੱਜ ਹੱਸਦਾ ਆ ਰਿਹਾ, ਖੁਸ਼ ਹੁੰਦਾ, ਕਹਿੰਦਾ ਪਰ ਅੱਜ ਨਹੀਂ ਕਹਿੰਦੀਆਂ, ਅੱਜ ਤਾਂ ਤਰਲੇ ਕਰਨਗੀਆਂ, ਤਰਲੇ। ਜਦੋਂ ਕੋਲ ਆਇਆ ਨਾ ਕੁਦਰਤੀ ਫਿਰ ਅਰਦਾਸ ਹੋ ਰਹੀ ਹੈ, ਅਰਦਾਸ ਹੋ ਰਹੀ ਹੈ। ਬੀਬੀਆਂ ਨੇ ਹੱਥ ਜੋੜੇ ਹੈ, ਸੱਚੇ ਪਾਤਸ਼ਾਹ ਤੇਰੇ ਭਾਣੇ ਦੇ ਵਿੱਚ 4 ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, 4 ਪੈਰ ਰਹਿਣ ਆਈਏ ਸੁੱਖ ਨਾਲ ਬਤੀਤ। ਮੀਰ ਮਨੂ ਮੱਥੇ ਤੇ ਹੱਥ ਮਾਰਦਾ ਤੇ ਟੱਕਰਾਂ ਮਾਰਨ ਲੱਗ ਗਿਆ। ਕਹਿੰਦਾ ਇਹ ਕਿਹੜੀ ਮਿੱਟੀ ਦੇ ਬਣੇ ਆ? ਹੋਸ਼ ਆਈ ਨਾ ਤੇ ਹੱਥ ਕਰਕੇ ਕਹਿੰਦਾ ਬੀਬੀਓ ਧੰਨ ਤੁਸੀਂ, ਧੰਨ ਤੁਹਾਡੀ ਸਿੱਖੀ, ਧੰਨ ਧੰਨ ਤੁਹਾਡਾ ਗੁਰੂ। ਆਪਣੇ ਸੰਤਰੀ ਨੂੰ ਕਹਿੰਦਾ ਇਹਨਾਂ ਨੂੰ ਕੌਣ ਗੁਲਾਮ ਬਣਾ ਸਕਦਾ, ਛੱਡ ਦਿਓ ਇਹਨਾਂ ਨੂੰ। ਜਦੋਂ ਤੁਹਾਡਾ ਉਹ ਸਿਦਕ ਸੀ ਉਦੋਂ ਕਾਬਲ ਕੰਧਾਰ ਦੇ ਝੰਡੇ ਝੂਲਦੇ ਸੀ ਤੁਹਾਡੇ। ਅੱਜ ਤੁਹਾਡਾ ਸਿਦਕ ਪਤਾ ਕਿੱਧਰ ਨੂੰ ਗਿਆ? ਬੱਚੇ ਨੂੰ ਜ਼ੁਕਾਮ ਹੋ ਜਾਏ ਤੇ ਚੱਲ ਮੌਲਵੀ ਕੋ। ਅੱਜ ਬੱਚੇ ਨੇ ਲੈਟਰੀਨ ਨਹੀਂ ਕੀਤੀ, ਚੱਲ ਪੰਡਤ ਕੋਲ। ਮੜੀਆਂ ਕਬਰਾਂ ਕੁਛ ਨਹੀਂ ਛੱਡਦੇ ਅਸੀਂ। ਮੇਰੀਓ ਭੈਣੋ, ਸਿੱਖੀ ਦਾ ਧੁਰਾ ਜੇ ਤੁਸੀਂ ਪੈਦਾ ਕਰਨਾ, ਭਾਵੇਂ ਸਿੱਖ ਪੈਦਾ ਕਰ ਦਿਓ ਤੇ ਭਾਵੇਂ ਸੰਤ ਸਿਪਾਹੀ ਪੈਦਾ ਕਰ ਦਿਓ ਤੇ ਭਾਵੇਂ ਸ਼ੈਤਾਨ ਪੈਦਾ ਕਰ ਦਿਓ, ਤੁਸੀਂ ਪੈਦਾ ਕਰਨਾ। ਆਪਣੀ ਜ਼ਿੰਮੇਵਾਰੀ ਸੰਭਾਲੋ, ਜਵਾਬ ਦੇਣਾ ਅਕਾਲ ਪੁਰਖ ਨੂੰ। ਤੁਸੀਂ ਜਨਨੀਆਂ ਜੇ, ਤੁਹਾਡੇ ਬਾਰੇ ਕਹਿ ਧੰਨ ਧੰਨ ਸੋ ਜਨਨੀ ਜਨ ਗੁਰੂ ਜਲਿਆ ਮਾਏ। ਤੁਸੀਂ ਜਨਨੀਆਂ ਜੀ ਆਪਣੇ ਫਰਜ਼ ਪਛਾਣੋ। ਆਓ ਇਤਿਹਾਸ ਦੀ ਇੱਕ ਸਾਂਝ ਪਾ ਕੇ ਆਪਾਂ ਫਤਿਹ ਬੁਲਾਈਏ। ਦਾਸ ਨੂੰ ਹੁਕਮ ਹੋਇਆ ਅਨੰਦਪੁਰ ਸਾਹਿਬ ਜਿਹੜਾ ਸੀਸ ਲੈ ਕੇ ਆਉਂਦਾ ਸੀ ਉਹ ਤੁਸੀਂ ਖੁਲਾਸਾ ਕਰਨਾ। ਸਾਧ ਸੰਗਤ ਜੀ, ਕਸ਼ਮੀਰੀ ਪੰਡਤ ਆਏ, ਜੋ ਵਾਰਤਾਲਾਪ ਹੋਇਆ ਉਹ ਸਾਰਿਆਂ ਨੂੰ ਪਤਾ ਹੈ। ਸਤਿਗੁਰਾਂ ਨੇ ਦਿੱਲੀ ਨੂੰ ਤਿਆਰੀ ਕੀਤੇ ਨੇ, ਉਹ ਸਾਰਿਆਂ ਨੂੰ ਪਤਾ ਹੈ। ਫੌਜ ਸਿੰਘ ਨਾਲ ਨੇ, ਭਾਈ ਉਦੇ ਸਿੰਘ, ਭਾਈ ਜੈਤਾ ਜੀ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ 5 ਪਿਆਰੇ ਨੇ। ਇਹਨਾਂ 5 ਪਿਆਰਿਆਂ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਭਾਈ ਜੈਤਾ ਹੈ। ਛੋਟੀ ਉਮਰ ਦਾ ਹੈ ਪਰ ਇਹਨਾਂ 5 ਪਿਆਰਿਆਂ ਵਿੱਚ ਮੁਖੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੜਵਈ ਹੈ, ਸਲਾਹਕਾਰ। ਜਦੋਂ ਇੱਕ ਨਾ ਪੰਜਾਬੀ ਦੀ ਕਹਾਵਤ ਹੈ, ਸਾਰੇ ਗੁਰਸਿੱਖ ਯਾਦ ਕਰਿਓ, ਆਮ ਚੱਲਦੀ ਪਿੰਡਾਂ ਦੇ ਵਿੱਚ। ਜਦੋਂ ਕਿਤੇ ਕੋਈ ਬੰਦਾ ਕੋਈ ਗੱਲ ਕਰਦਾ ਨਾ ਤੇ ਆਪਾਂ ਪੁੱਛਦੇ ਤੈਨੂੰ ਕਿੱਥੋਂ ਪਤਾ ਲੱਗਾ, ਤੂੰ ਕਿਹਦੇ ਕੋਲ ਸੁਣੀ ਹੈ? ਉਹ ਕੋਈ ਨਾਂ ਲਵੇ ਨਾ ਫਲਾਣੇ ਬੰਦੇ ਕੋ, ਤੇ ਪਤਾ ਕੀ ਕਹਿੰਦੇ? ਉਹ ਯਾਰ ਉਹਦੀ ਕੀ ਗੱਲ ਕਰਦਾ ਹੈ, ਉਹਦੇ ਤੂੰ ਕਿਹੜੀ ਗੱਲ ਕਰਦਾ? ਉਹ ਨਾ 3 ਚੋਂ ਨਾ 13 ਚੋਂ ਜਿਹਦੀ ਗੱਲ ਕਰਦੇ ਆ। ਯਾਦ ਰੱਖਿਓ, ਉਹ 3 ਤੇ 13 ਦੀ ਗੱਲ ਚੱਲਦੀ ਹੈ, ਉਹਦਾ ਖੁਲਾਸਾ ਕਰਦੀ ਹੈ, ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਉਹ 3 ਚੋਂ ਨਾ 13 ਚੋਂ ਕਹਾਣੀ ਕੀ ਹੈ। ਜੱਸੂ ਮਸੀਹ, ਮੈਂ ਸ਼ਾਰਟਕੱਟ ਹੀ ਜਾ ਰਿਹਾ ਜੀ ਤੱਤ ਦੱਸਣ ਵਾਸਤੇ। ਜੱਸੂ ਮਸੀਹ ਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਕੇਸ ਚੱਲਿਆ, ਰਾਜਾ ਕਹਿਣ ਲੱਗਾ ਵੀ ਮੈਂ ਤੇ ਇਕੱਲੇ ਜੱਸੂ ਨੂੰ ਗ੍ਰਿਫਤਾਰ ਕਰਨ ਦੇ ਵਾਰੰਟ ਦਿੱਤੇ, ਆਹ ਜਿਹੜਾ ਹੈ 13 ਨਾਲ ਹੈ, ਇਹ ਕੌਣ ਹੈ? ਉਹ ਕਹਿੰਦੇ ਜੀ ਇਹਨਾਂ ਨੂੰ ਪੁੱਛ ਲਓ। ਪੁੱਛਿਆ ਤੁਸੀਂ ਕੌਣ? ਕਹਿੰਦੇ ਜੀ ਅਸੀਂ ਚੇਲੇ ਨੇ, ਇਹ ਸਾਡਾ ਗੁਰੂ ਹੈ। ਕਹਿੰਦੇ ਭੱਜੋ ਇੱਥੋਂ, ਇਹਨੂੰ ਗ੍ਰਿਫਤਾਰ ਕਰ ਲਿਆ। ਕਹਿ ਲੱਗੇ ਜੀ ਨਾ, ਅਸੀਂ ਇਹਦੇ ਨਾਲ ਜੀਵਾਂਗੇ, ਇਹਦੇ ਨਾਲ ਮਰਾਂਗੇ, ਸਾਡਾ ਗੁਰੂ ਹੈ। ਤੇ ਉਹ ਜਿਹੜਾ ਰਾਜਾ ਸੀ ਨਾ, ਉਹ ਕਹਿਣ ਲੱਗਾ ਠੀਕ ਹੈ, ਫਿਰ ਇਹਨੂੰ ਸੂਲੀ ਚਾੜਨਾ ਹੈ, ਇਸ ਤੋਂ ਪਹਿਲਾਂ ਇਹ ਤੁਹਾਨੂੰ ਚਾੜ ਦਿੰਦੇ ਆ। ਉਹ 13 ਦੇ 13 ਕਹਿੰਦੇ ਜੀ ਕਿਵੇਂ? ਕਹਿੰਦੇ ਤੁਸੀਂ ਚੇਲੇ ਨੇ? ਕਹਿੰਦੇ ਨਾ ਜੀ, ਅਸੀਂ ਤਾਂ ਜਾਣਦੇ ਨਹੀਂ ਇਹ ਕੌਣ ਹੈ, ਇਹ ਤਾਂ ਸਾਨੂੰ ਗੁੰਮਰਾਹ ਕਰਕੇ ਲੈ ਆਇਆ, ਅਸੀਂ ਨਹੀਂ ਜਾਣਦੇ, ਇਹਨਾਂ ਤੋਂ ਕਰਨਾ ਕਰੋ। ਉਹਨਾਂ 13 ਦੇ ਵਿੱਚ ਇੱਕ ਉੱਤਰਧਾਰੀ ਸੀ,
ਜਿਹਨੇ 24 ਰੁਪਏ ਲੈ ਕੇ ਤੇ ਉਹਨੂੰ ਫੜਾਤਾ ਸੀ। ਉਹ ਸੀ 13 ਜਿਹੜੇ ਛੱਡ ਗਏ ਸੀ। ਯਹੀ ਨਹੀਂ ਜਾਣਦੇ ਕੌਣ ਹੈ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 5 ਸਿੰਘਾਂ ਨੂੰ ਲੈ ਕੇ ਦਿੱਲੀ ਪਹੁੰਚ ਗਏ ਆ। ਮਿਰਜ਼ਾ ਖਵਾਜਾ ਮੁਹੰਮਦ ਤੇ ਜੇਬ ਨੂਸਾ ਦੇ ਕਹਿਣ ਤੇ ਭਾਈ ਜੈਤਾ ਜੀ ਤੇ ਭਾਈ ਬੁੱਢੇ ਸਿੰਘ ਨੂੰ ਜੇਲ੍ਹ ਤੋਂ ਬਾਹਰ ਰੱਖਿਆ। ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਤੇ ਸਤਿਗੁਰਾਂ ਨੂੰ ਜੇਲ੍ਹ ਦੇ ਅੰਦਰ ਰੱਖਿਆ। ਪੇਸ਼ੀ ਹੋਈ, ਵਾਰੰਟ ਦੇ ਕੱਲੇ ਤੇਗ ਬਹਾਦਰ ਦੇ ਆ, ਇਹ ਕੌਣ ਹੈ? ਪੁੱਛੋ ਇਹਨਾਂ ਨੂੰ। ਪੁੱਛਿਆ ਗਿਆ ਤੁਸੀਂ ਕੌਣ ਜੇ? ਕਹਿੰਦੇ ਜੀ ਅਸੀਂ ਇਹਦੇ ਮਰੀਦ, ਇਹ ਸਾਡਾ ਗੁਰੂ ਹੈ। ਕਹਿੰਦੇ ਕਿ ਇਹਨੂੰ ਗ੍ਰਿਫਤਾਰ ਕਰ ਲਿਆ, ਤੁਸੀਂ ਭਾਜੋ। ਕਹਿੰਦੇ ਨਾ ਜੀ, ਜੀਵਾਂਗੇ ਮਰਾਂਗੇ ਇਹਦੇ ਨਾਲ। ਉਸ ਟਾਈਮ ਕਹਿਣ ਲੱਗੇ ਕਿ ਬਈ ਇਹਨੂੰ ਤੇ ਅਸੀਂ ਇਸਲਾਮ ਦੇ ਦਾਇਰੇ 'ਚ ਲਿਆਉਣਾ, ਇਹਨੇ ਤਾਂ ਮੁਸਲਮਾਨ ਬਣ ਜਾਣਾ, ਤੇ ਤੁਸੀਂ ਕਹਿਣ ਲੱਗੇ ਜੀ ਇਹਨੂੰ ਬਾਅਦ 'ਚ ਬਣਾ ਲਿਓ। ਭਾਈ ਮਤੀ ਦਾਸ ਕਹਿੰਦੇ ਪਹਿਲੇ ਸਾਡੇ ਨਾਲ ਤੇ ਗੱਲ ਕਰ ਲਓ। ਪਹਿਲੇ ਸਾਡੇ ਨਾਲ ਤੇ ਗੱਲ ਕਰ ਲਓ, ਇਹਨੂੰ ਮੁਸਲਮਾਨ ਗੁਰੂ ਨੂੰ ਬਾਅਦ 'ਚ ਬਣਾਇਓ। ਉਹ 3 ਸੀ ਤੇ ਇਹ ਤਿੰਨੇ ਹੀ ਬਾਬਾ ਗੋਬਿੰਦ ਦੇ ਵੰਸ਼ ਵਿੱਚੋਂ ਆ। ਤੇ ਜਿਹਨੂੰ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ, ਇਹ ਰੰਗਰੇਟੇ ਆ। ਇਹ ਰੰਗਰੇਟੇ ਨੇ ਪੰਜੇ ਦੇ ਪੰਜੇ ਹੀ। ਜਦੋਂ ਇੱਕ ਨੂੰ ਆਰੇ ਨਾਲ ਚੀਰਤਾ ਤੇ ਜਦੋਂ ਉਹਨੂੰ ਆਖਰੀ ਇੱਛਾ ਪੁੱਛੀ, ਇੱਕੋ ਹੀ ਗੱਲ ਕਹੀ ਉਹਨੇ ਵੀ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਅੱਜ ਗੁਰੂ ਕੇ ਸਿੱਖਾ ਤੂੰ ਬੇਮੁਖ ਹੋ ਗਿਆ ਤੇ ਮਾਰੇਗਾ ਬਚਣਾ ਬੇਮੁਖ ਹੋਏ ਰਾਮ ਤੇ। ਤੂੰ ਤੇ ਐਸ ਜਨਮ ਨੂੰ ਰੋਣ ਦਿਆ, ਸਾਡੇ ਨਾਲ ਵਿਤਕਰਾ ਹੁੰਦਾ, ਸਾਡੇ ਨਾਲ ਧੋਖਾ ਹੁੰਦਾ। ਮਹਾਰਾਜ ਤੇ ਕਹਿੰਦੇ ਤੂੰ ਜਨਮ ਝੋਣਾ ਤੇਰੇ ਨਾਲ ਏਦਾਂ, ਜੇ ਤੂੰ ਬੇਮੁਖ ਰਿਓ ਤੇ। ਫਿਰ ਮਹਾਰਾਜ ਇਹ ਵੀ ਕਹਿੰਦੇ ਆ ਕਿ ਉਹ ਬਖਸ਼ਿੰਦ ਪੈਂਦਾ ਹੈ ਜੋ ਸ਼ਰਨ ਆਵੇ ਤੇ ਸਕੰਠ ਲਾ। ਤੇ ਜਿਹਨੂੰ ਕੰਠ ਲਾਉਂਦਾ ਨਾ, ਯਾਦ ਰੱਖਿਓ, ਕੰਠ ਲਾਏ ਅਵਗਣ ਸਭ ਮੇਤੇ। ਇਹਨਾਂ ਭੁੱਲਾਂ 'ਚ ਨਾ ਰਹਿ ਜਿਓ। ਉਹ ਦਿਆਲ ਪੁਰਖ ਹੈ, ਬਖਸ਼ਿੰਦ ਪਿਤਾ ਹੈ ਕਿ ਯਾਰ ਮੈਂ ਤੇ ਬੜਾ ਹੀ ਪਾਪੀ ਆ, ਪਤਾ ਨਹੀਂ ਮੈਨੂੰ ਬਖਸ਼ੂਗਾ ਕਿ ਨਹੀਂ ਬਖਸ਼ੂਗਾ। ਇਹ ਦੋਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਜੇ। ਜਿਹੜਾ ਸ਼ਰਨ 'ਚ ਆ ਜਾਂਦਾ, ਮਹਾਰਾਜ ਚੌਕੇ ਉਹਨੂੰ ਗੱਲ ਨਾਲ ਲਾ ਲੈਂਦਾ, ਤੇ ਜਿਹਨੂੰ ਗੱਲ ਨਾਲ ਲਾ ਲੈਂਦਾ, ਗੱਲ ਨਾਲ ਲਾਉਂਦਿਆਂ ਹੀ ਕੰਠ ਲਾਏ ਅਵਗਣ ਸਭ ਮੇਟੇ। ਦਿਆਲ ਪੁਰਖ ਬਖਸ਼ਿੰਦ ਸਾਰੇ ਅਵਗਣ ਮਿਟਾ ਦਿੰਦਾ ਜੀ, ਸਭ ਕਾਂਟਾ ਮਾਰ ਦਿੰਦਾ। ਐਵੇਂ ਥੋੜੀ 5 ਪਿਆਰੇ ਹੁਣ ਤੁਹਾਨੂੰ ਸਮਝਾਉਣਗੇ ਕਿ ਸਤਿਗੁਰ ਅੱਗੇ ਜਨਮੇ ਗਗਨ ਮਟਾਇਆ, ਪਿਛਲਾ ਸਭ ਕੁਝ ਖਤਮ। ਹੁਣ ਉਹਦਾ ਹਿਸਾਬ ਹੋਣਾ ਨਰ ਅਚੇਤ ਪਾਪ ਤੇ ਡਰ ਰੇ। ਹੁਣ ਉਹਦਾ ਹਿਸਾਬ ਹੋਣਾ ਜਿਹੜਾ ਤੂੰ ਖੰਡੇ ਬਾਟੇ ਦੀ ਪੌਲ ਲੈ ਕੇ ਕੀਤਾ ਹੈ। ਪਿਛਲਾ ਤੇਰਾ ਹਿਸਾਬ। ਉਹ ਤਿੰਨਾਂ ਨੇ ਇਹ ਗੱਲ ਕਹੀ ਵੀ ਮੁੱਖ ਨਾ ਸਾਡਾ ਇਹਦੇ ਤੋਂ ਪਾਸੇ ਹੋਵੇ। ਉਹ ਕਹਿੰਦਾ ਆਰੇ ਦੇ ਦੰਦੇ ਵੇਖ ਲੈ, ਕਹਿੰਦਾ ਇਹਦੀ ਕੋਈ ਪਰਵਾਹ ਨਹੀਂ, ਮੁੱਖ ਗੁਰੂ ਵੱਲ ਹੋਵੇ, ਬਾਕੀ ਤੁਹਾਡੀ ਮਰਜ਼ੀ ਹੈ। ਹਮ ਗੰਦਗੀ ਕੇ ਕੋਠੜੇ ਹਰ ਹੀਰਿਆਂ ਦੀ ਖਾਨ ਸੇ, ਜੇ ਸਿਰ ਦਿੱਤਿਆ ਹਰ ਮਿਲੇ ਤੋ ਵੀ ਸਸਤਾ ਜਾਨ। ਇਹ ਸਿਰ ਦਿੱਤਿਆ, ਇਹ ਤੇ ਗੰਦਗੀ ਦਾ ਕੋਠੜਾ ਹੈ, ਇਹਨੇ ਦੇ ਆਦਨੀ ਤੇ ਭਲਕ ਚਲੇ ਜਾਣਾ। ਉਹ ਸੀ 3 ਤੇ ਰਗੜੇ ਦਿਓ, ਮੈਨੂੰ ਮਾਫ ਕਰ ਦਿਓ। ਮੈਂ ਦ੍ਰਿੜਤਾ ਨਾਲ ਤੁਹਾਨੂੰ ਕਹਿ ਦੇਣਾ ਕਿ ਹੁਣ ਅਸੀਂ ਰਗੜੇ ਤੇ ਨਾ 3 'ਚ ਤੇ ਨਾ 13 'ਚ। ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਪੌਲ ਲਈ, ਝੋਲਾ ਪਾਇਆ। ਜੈ ਮੂਲ ਨਿਵਾਸੀ, ਜੈ ਭਗਵਾਨ ਵਾਲਮੀਕ, ਜੈ ਫਲਾਣਾ, ਜੈ ਘਮਕਾਣਾ। ਜਦੋਂ ਗੁਰੂ ਨੇ ਉਪਦੇਸ਼ ਕੀਤਾ ਹੈ ਕਿ ਖੰਡੇ ਬਾਟੇ ਦੀ ਪੌਲ ਲਈ ਹੈ, ਆਗੇ ਆਵਤ ਸਿੰਘ ਜੋ ਭਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਉਹ ਆ ਅਸੀਂ ਹੁਣ ਕਿਹਨਾਂ ਚੋਂ ਰਹਿ ਗਏ, ਨਾ 3 ਚੋਂ ਨਾ 13 ਚੋਂ। ਤੁਸੀਂ ਸਮਾਗਮ ਮਨਾ ਰਹੇ ਹੋ, ਇਹਨੂੰ ਸਫਲਾ ਕਰਿਓ ਵੀ ਜਾਂ ਤੇ 13 'ਚ ਚੱਲ ਜਾਓ, ਛੱਡ ਕੇ ਤੇ ਚਲੇ ਗਏ ਨਾ, ਤੇ ਜਾਂ ਫਿਰ 3 'ਚ ਆ ਜਾਓ। ਗੁਰੂ ਤੋਂ ਸਭ ਕੁਝ ਭੇ
जिथे रखे बैकुंठ तथाई, साढ़े वास्ते बैकुंठ हो ही है जिथे रखेगा। इतने माड़ा जा जुकाम हो जाए, 2 दिन अरदास कर लीए, जे अरदास ना सुनी तो आपका रब बदल लेने। 2 दिन अरदास नहीं सुनी गई, हजे फसल भी बीजी गए तो 6 महीने लग जाते, तो कई बार बीजी हुई फसल में बारिश पै जाती तो खराब हो जाती। रो विचार गुरु साहब का सीस भेंट हो गया है, हुण चुकन की जी विउतबंदी है, साध संगत एवं नहीं चुकया गया, बड़े विउतबंदी के नाल सीस चुकया। जदों मुहम्मद मिर्जा ख्वाजा जेबनुसा भाई आग्या राम सदानंद भाई जैता भाई उदय ये सारे बैठ के राय सीना गुरु साहब जी की बख्शिश का सदका भाई कल्याणे की धर्मशाल संगीत विद्याला उत्थे बैठ के मशवरा करते हैं। सारे आपको अपना सुझाव देंगे ने तो मिर्जा मुहम्मद मिर्जा ख्वाजा ने सुझाव दिता, कह लगा भी मैं तुम्हारी मदद कर सकता है, पर एक गल होवे इन्नी फोर्स लगनी है भी तुसी दिल्ली तक ही 2 कदम नहीं चल सकते। मैं तुम्हारी मदद कर सकता जे तुसी गुरु के सीस ते धड़ दे बराबर इत्थे चुकन तो पहला सीस ते धड़ सुट दो। उथे फिर सारे इतिहास से एक तो एक साथ संगत जी कितने मनोविज्ञान पढ़ लेना। मनोविज्ञान ਉਹਦੇ ਵਿੱਚ ਦੱਸਿਆ मनोविज्ञान ग्रंथ ने भी जो विचार रल जाते ना, कई बार पति ते पत्नी के आपस में विचार रलते होने तो उन्होंने सूरत कुदरत वालों रलन लग जाए। कई ऐसे भी तुम पति पत्नी देखोगे भी जो उन्होंने ब्याह किए उदों तो सूरत नहीं सी रलदियाँ, पर जो बाजार से जाते हो तो ऐ लगते भी एको सूरत है, दोनों की कितने भैन भरा लगते हैं। ये सूरत उदों मिलदियाँ जो विचार मिलते हैं। भाई सदानंद जी ते गुरु तेग बहादुर साहब जी ये जन्म भी इको दिन होया, पढ़े भी इकट्ठे, पले भी इकट्ठे, रहिंदे भी इकट्ठे, सूरतां भी इको जिहियां। फैसला हो गया कि इत्थे भाई सदानंद का सीस रखा जाएगा। भाई सदानंद का सीस रखिया, उत्ते धड़ रखिया, ते जेबनुसा ने रथ का इंतजाम कर दिता। जेबनुसा यदि औरंगजेब की बेटी है, रथ का इंतजाम करके दिता, ते फिर उतो सीस ते धड़ चुकिया ते राय सिंह लिया के धड़ का संस्कार किया। फिर गुरमता होया कि ये धड़ ते सीस आनंदपुर ले जाना बड़ा मुश्किल है। फिर फैसला होया कि धड़ का संस्कार इत्थे कर दीजिए। घर नूं अग ला के चिखा चन के धड़ का संस्कार हो गया ते सीस लैके भाई जैता जी ते बाबा उदय जी उन्होंने कवरेज देंगे आ कि ध्यान रख रहे हैं अगे पिछे ते ये सीस लैके जा रहे हैं। मंजिला मारते हुए पड़ाव पढ़ाई आनंदपुर साहब पहुंचे। पिछे जो धड़ ते सीस बचता, जो शनाखत हुई भी ये गुरु तेग बहादुर साहब का धड़ ते सीस नहीं है, फिर एक है दिल्ली उन्होंने घर से, दिल्ली धर्मशाल सी उन्होंने, सारे जानते सी सदानंद को। पता लग गया भी ये उन्होंने मुख सेवादार रबाबी सदानंद का धड़ ते सीस है। फिर सरकार वालों होया कि किसी ने ये धड़ ते सिर खरीदना होवे ते संस्कार करना ते खरीद के कर सकता। लखी शाह बंजारे ने गुरु तेग बहादुर साहब का नहीं, भाई सदानंद जी का धड़ ते सीस खरीद के ते संस्कार किया सी चांदनी चौक ही। धन गुरु श्री गुरु गोबिंद सिंह साहब के कोल सीस पहुंच गया। गल चली है भाई चाहते कि भाई जी उथे दिल्ली में किन्ने को सिख सन। महाराज कहने लगे सिख बहुत सन, पर मंजर ऐसा सी सिखा की कोई पहचान नहीं सी। ते राम भगत कह के सारे चले गए। जदों वार्ता सुनी कि सदानंद जी
बलिदान दे गए गुरु का सीस चुकण वास्ते। ते भाई आग्या राम वो दिल्ली तो भगौड़े हो गए हैं ते उन्हां दा सारा परिवार इस दोष विच कि उन्हां दे घरे संस्कार होया घर दा चांदनी चौक विच कतल कर दिता गया है। उन्होंने अपना बलिदान दे दिता ते फिर धन गुरु श्री गुरु गोबिंद सिंह साहब जी महाराज शीश गुरु का कोल पिया है ते सरिंदे दे नाल कीर्तन कीता। उस कीर्तन दे विच महाराज ने एक शब्द बोलिया, दिल्ली के दिल वाली तेरी आज्ञा में चलता है। वो जिहड़ा शब्द सी वो गुरु के बेटे तुहाडे वास्ते बोलिया कि दिल्ली दे विच एक दिल वाली गली सी, रायसीना नगर दे विच दिल वाली गली सी। उस दिल वाली गली दे विच सारे रंगरेटे रहिंदे सी। वो रंगरेटियां ने गुरु तो मुख नहीं मोड़िया, परिवार के परिवार शहीद हो गए, पर उन्हें ये नहीं किया कि असीं गुरु के सिख नहीं। इस करके महाराज ने देशों विदेशों की जिथे गल की ना उत्थे फिर ये भी गल अकाल पुरख ने ताल की कि सच्चे पातशाह दिल्ली दे विच एक दिल वाली गली है जिथे तेरी आज्ञा चलते हैं सारे। और आ तुहाडी विरासत दे आ तुहाडा इतिहास दे मर्जी तुहाडी है कि गुरु के बेटे बनना के बेमुख बनना। याद रखियो बाबा बुढ़ा तुहाडा है, भाई कल्याणे का वड्डा भरा है। बाबा दीप सिंह, हरी सिंह नरूआ, महताब सिंह, गरजा सिंह, धक्कड़ सिंह, नवाहू सिंह, जय सिंह खलकट, जड़ियां बीबियां झोलियां च डंकरे पवाए ये रोज अरदास के नाम लै जाते तुहाडे बुजुर्ग जी। तुसीं विसाल छड्डिया तुहाडी गल वखरी। अपने प्रचारकों को संभालो ते प्रचार कराओ, खंडे पट की पौल लो ते गुरु वाले पढ़ो। साध संगत जी तुहाडे प्रचार का सदका ऐतकी अकाल तख्त साहिब की रहनुमाई हेठ सिंह साहिब जी के हुक्म नाल सारा पंथ मिल के धन धन बाबा जीवन सिंह जी का जिहड़ा प्रकाश दिहाड़ा 5 सितंबर को वो आनंदपुर साहिब मनाया जा रहा है। केसगढ़ साहिब के विहड़े ये पहली बारी इतिहास दे विच हो रहा जी। ते ये सारी मेहरबानी ये सारी मेहनत बाबा मेजर सिंह साहब की होती है, जिन्हों की मेहनत का सदका दास प्रचार करते हैं। साढ़े प्रचारक जथे आ उन्होंने नाल जागरूकता के नाल अज ये फैसला पंथ ने लिया कि समूचा पंथ मिल के केसगढ़ के तख्त साहिब के विहड़े विच धन धन बाबा जीवन सिंह जी का प्रकाश पुरब मनाएगा 5 सितंबर को। ते वध तो वध उत्थे बसां गड्डियां लैके ते संगत लैके पहुंचना है। ये एक तुहाडा एक मिशन ऐसा है जिहदे विच एक तुहाडी परख वाली गल है कि बाबा जीवन सिंह नूं प्यार किन्ने क लोग करते हैं। सिंह साहब ने कहा सी जथेदार मेजर सिंह जी किन्नी क संगत इकट्ठी हो जाएगी उत्थे असीं प्रबंध करांगे लंगर दा ते रैश दा। ते बाबा जी कहन लगे भी असीं लाख मजबी सिंह इकट्ठे होवांगे उत्थे ते आपां उत्थे एक सबूत देना है कि मजबी सिखां दा बच्चा बच्चा बाबा जीवन सिंह नूं प्यार करता है। साडा रहबर है इत्थे बड़ा वड्डा एक पंथ दे विच बखार दिया। क्यों कलगी तोड़े का क्यों आ बखार? क्योंकि गुरु नानक देव जी ने पीरी की गद्दी चलाई सी ते उहदे नाल गुरु हरगोबिंद साहब जी ने मीरी की गद्दी चलाई है। गुरु हरगोबिंद साहब को मीरी ते पीरी की गद्दी चलती आ रही सी। 10वें पातशाह ने पीरी की गद्दी सतगुरु श्री गुरु ग्रंथ साहब जी को दी ते अमीरी की गद्दी धन धन बाबा जीवन सिंह जी को दी। निज कलगी दीप शाख अपनी पहराए जीवन सिंह को बुर्ज बिठाए तज गढ़ी गोबिंद सिंह जीवन सिंह ने गड़ा बंदूकी खूब खवाई। एक बुर्ज सो मद वहो एक रही चौथ।
संगी है, बड़ी सोहनी पंक्ति, बड़ा सोहना है दोहरा लिखिया है। अगे फिर बाबा जीवन सिंह लिखते हैं भई ये जिहड़ा जीवन सिंह अंग्रेठड़ा इन्हें ऐसी गुरु ने कृपा की है कि पारस वांगू मैनू बना दिता। तुसीं उस बाबा जीवन सिंह की कौम हो, मसला इत्थे पीरी दी नहीं अमीरी की गद्दी का है, तो वो अमीरी की गद्दी तुहानूं तां मिलनी जे तुहाडा शक्ति प्रदर्शन होएगा। इसलिए एक निशान थले इक्का बाणी एक गुर इको शब्द विचार विच आ जाओगे तो तुहानूं सब कुछ मिलेगा। तो जे तुसीं निक्के 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 नदियां नाले बना के तुरे फिरोगे, एक दूजे का विरोध करते, फिर कुछ नहीं जो मिलना। इस टाइम सब जानते हैं भी तुसीं डेलिया के चार तो वध कुछ नहीं जी। मजहबी सिख एक केकड़िया की कौम आ, टोकरा भर के केकड़िया का खूह च सुट दो, एक भी केकड़ा बाहर नहीं निकल सकता, क्योंकि जो बाहर निकलता उसकी लत दूजा खिंच लेंदा। तो केकड़िया की कौम नहीं बनना, अंग्रेज़िया की कौम बनना। दास एक विद्यार्थी अज की संख्या पढ़ के सुनाई है। अंत अकेला गली में बंदूकी प्रदीन, जीवन सिंह अंग्रेठड़ा जूझ गयो सकदीन, वजीदा अत प्रसन्न भयो लियो मार गोविंद, दिल्ली धायो शीश ने खुशी कर नरेंद्र। फिर अगे भाई जैता पता की लिखता अपनी बाणी च लिखता, जैते तार नहार गुर तार दिए रंगरेटड़े, गुर पारस ने कर दिए रंगरेटड़े गुर बेटड़े। तुसी गुर दे बेटे जे ते गुर प्यारिओ वध तो वध खंडे बाटे की पौ लैके साझी वालता का एक झंडा चुक के ते साझे मिशन को कामयाब करने वास्ते वध तो वध इकट्ठे होके ते एक बाणी एक विचार ते एक नेता एक धर्म आगू लेके ते आपां सारे चलना, ताकि साडे जिहड़े हक आ वो किसी ने खोए नहीं है। तुसीं सौगे जी, किसी ने नहीं खोया, ना दोष दिया करो, किसी ने खोए, तुसीं सौगे जे। महाराज जी कह रहे हैं इस ग्रह में कोई जागृत रहे, साबत वस्त हो अपनी है। जागोगे तो तुहानूं थापियां च परोस परोस के बनाया है, खोया कुछ नहीं तुहाडा। इस करके गुरमुख प्यारिओ अपने इतिहास को उजागर करो, अपनी कौम नाल प्यार करो, इनू ऊपर चुकना। याद रखियो जिन्ने मर्जी कीमती महंगे चोले, महंगिया दस्तारा, महंगे शस्त्र फड़ लो, इहदे नाल तुसीं राज लै लवोगे, कीता नहीं जाना। यही घाट है साडे च। रंगरेटे राज लैंदे आ, इन्हां को राज हुंदा नहीं। क्यों? क्योंकि साडे विच पढ़ाई की बड़ी घाट आ। एक अपने बच्चों की प्लैनिंग करो, बच्चे दो ही काफ़ी, बाकी होर को माफी। एवें ना घर भर लिया करो, 6-7 कुड़ियां हो जांदियां ते एक मुड़ के मुंडा हुंदा। ओ भैणो, वो जिहड़ा 6-7 कुड़ियां तो बाहर मुंडा हुंदा, उसकी जिंदगी ते उंज ही बर्बाद हो जाती। प्राहुणा ते एक नहीं, घर विच मान ते जिहदे घरे 6-6 आउणे, उहनूं सुरत कित्थों आजू? दिवालियां लोहड़ियां देंदा ही वो मर जूगा। इस करके बच्चे दो नूं एजुकेशन उच्चे लेवल की दो। जिन्ना चिर तुहाडे बच्चे पढ़ते लिखते नहीं, उन्ना चिर तुसीं राज खो सकते, लै सकते हो, कर नहीं सकते। अपने बच्चों नूं उच्चे लेवल की विद्या दो। अज जज भर्ती होने सी, सरकारी वकील भर्ती होने सी, ते आम आदमी सरकार ने 178 जिहड़े सी ऐसी भाईचारे के लोग जिहड़े सी नौजवान उन्होंने कढ़ दिता। जो इत्थे सवाल उठा तो कहते ये योग नहीं है, इन्होंने अकल नहीं है। मेरे को एक टीवी चैनल ने आके तीन धर्म गल करी, मैं कहनी गाल नहीं करी, मान साहब ने सच बोले है। अजे साडी कौम नूं अकल नहीं है, ये तुसीं साबित किया है। मैनूं माफ कर दो जे, ये तुसीं साबित किया है। गालां कढ़दे हो जट्टां नूं, जट्टां ने तुहानूं ऑफर दित्ती ऐतकी साडी पार्टी जिता दिओ, तुहाडा उप मुख मंत्री होऊगा। क्या कि नहीं क्या? ऐतकी इलैक्शन में दूजी पार्टी ਉਹਦੇ 'ਚ भी जट्टां ने फैसला किया सी कि भाई साडी पार्टी जिता दिओ, तुहाडा
ਤੁਹਾਡਾ ਮੁੱਖ ਮੰਤਰੀ ਬਣਾਵਾਂਗੇ। ਇਹ ਫੈਸਲੇ ਜੱਟਾਂ ਦੇ ਸੀ ਕਿ ਇੱਕ ਪਾਰਟੀ ਜਿੱਤੀ ਤੁਹਾਡਾ ਉਪ ਮੁੱਖ ਮੰਤਰੀ, ਦੂਜੀ ਪਾਰਟੀ ਜਿੱਤੀ ਤੁਹਾਡਾ ਮੁੱਖ ਮੰਤਰੀ। ਦੋਨਾਂ ਹੱਥਾਂ 'ਚ ਲੱਡੂ ਸੀ, ਉਹ ਗੱਲ ਵੱਖਰੀ, ਇੱਕ 'ਚ ਬੂੰਦੀ ਦਾ ਸੀ, ਇੱਕ 'ਚ ਵੇਸਣ ਦਾ ਸੀ, ਪਰ ਹੈ ਦੋਵਾਂ ਹੱਥਾਂ 'ਚ ਸੀ। ਕਿ ਤੁਸੀਂ ਬੇਅਕਲੀ ਦਾ ਸਬੂਤ ਦਿੱਤਾ, ਦੋਵੇਂ ਪਾਰਟੀਆਂ ਖੂੰਜੇ ਲਾਤੀਆਂ। ਹੁਣ ਉਹ ਜ਼ਿੰਦਗੀ ਭਰ ਕਹਿਣਗੀਆਂ ਇਹਨਾਂ ਦੇ ਮੁੱਖ ਮੰਤਰੀ ਦਾ ਨਾਮ ਨਾ ਲਿਓ, ਉਹਦੇ ਸਾਡਾ ਤੇ ਵਜੂਦ ਹੀ ਖਤਮ ਕਰ ਦਿੱਤਾ ਇਹਨਾਂ ਨੇ। ਤੇ ਬੇਅਕਲੀ ਨਹੀਂ ਤੇ ਹੋਰ ਕੀ ਆ ਸੀ, ਕੀ ਸੋਚ ਕੇ ਵੋਟਾਂ ਪਾਈਆਂ ਸੀ। ਇਸ ਕਰਕੇ ਅਕਲ ਆਵੇਗੀ। ਉਹਦੇ ਬੜੇ ਉੱਚੇ ਅਹੁਦੇ ਸੀ ਜਿਹੜੇ ਸੰਭਾਲਣੇ ਸੀ। ਪੜ੍ਹਾਓ ਬੱਚਿਆਂ ਨੂੰ, ਅੱਧੀ ਰੋਟੀ ਖਾ ਲਓ। ਆ ਵਿਆਹਾਂ ਤੇ ਜਦੋਂ ਵਿਆਹ ਕਰਦੇ ਹੋ ਨਾ ਤੇ 15 ਦਿਨ ਤੁਹਾਡੇ ਡੀਜੇ ਚੱਲਦੇ ਆ, ਅੱਧਾ ਪਿੰਡ ਤੁਹਾਡੇ ਤੋਂ ਦੁਖੀ ਹੁੰਦਾ। ਆਂਢੀ ਗੁਆਂਢੀ ਕੋਈ ਬਿਮਾਰ ਹੋਵੇ ਨਾ, ਤੁਸੀਂ ਉਹਦੀ ਵੀ ਸਾਥ ਨਹੀਂ ਲੈਂਦੇ। ਉਹ ਆ ਕੇ ਹੱਥ ਜੋੜਦਾ, ਭਰਾਓ ਮੇਰੀ ਮਾਂ ਬਿਮਾਰ ਹੈ ਤੇ ਅੱਜ ਸਾਊਂਡ ਜਿਹੜਾ ਨਾ ਬੜਾ ਉਹਨੂੰ ਹਾਰਟ ਦੀ ਮਰੀਜ਼ ਆ, ਬੜਾ ਪਰੇਸ਼ਾਨ, ਕੀ ਕਰੀਏ, ਸਾਡੇ ਘਰੇ ਖੁਸ਼ੀ ਆਈ ਆ। ਉਹ 15 ਦਿਨ 7 ਦਿਨ ਵਿਆਹ ਤੋਂ ਪਹਿਲਾਂ 7 ਦਿਨ ਬਾਅਦ ਡੀਜੇ ਚੱਲਦੇ ਆ। ਉਹ ਭਾਵੇਂ ਕਿਸੇ ਦੇ ਲੱਥੇ ਹੀ ਲਿਆ ਕੇ ਪਾਉਂਦੇ ਜੇ, 5-5 ਹਜ਼ਾਰ ਰੁਪਇਆ ਕਿਰਾਇਆ ਦੇ ਕੇ ਤੁਸੀਂ ਲਹਿੰਗੇ ਪਾਉਂਦੇ ਜੇ, ਤੇ ਜਾਗੋ ਤੁਹਾਡੀ ਸਾਰੇ ਪਿੰਡ 'ਚ ਨਿਕਲਦੀ ਪਈ ਹੁੰਦੀ ਆ। ਤੇ ਜਦੋਂ ਆਨੰਦ ਕਾਰਜ ਕਰਾਉਂਦੇ ਹੋ ਉਦੋਂ ਗੁਰਦੁਆਰੇ ਆ ਕੇ ਕਹਿੰਦੇ ਕਿ ਅਸੀਂ ਤੇ ਗਰੀਬ ਹੈ, ਮੁਕਤੀ ਕਰ ਦਿਓ ਆਨੰਦ ਕਾਰਜ ਸਾਡੇ। ਉਦੋਂ ਨਹੀਂ ਪਤਾ ਲੱਗਦਾ ਵੀ ਯਾਰ ਉਹ ਡੀਜੇ ਵਾਲੇ ਪੈਸੇ ਇੱਥੇ ਦਿੰਦੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਦਿੱਤਾ ਨਹੀਂ ਇਹ ਆਪਣਾ, ਅਨ ਦਿੱਤਾ ਕੁਛ ਹੱਥ ਨਾ, ਕੁਛ ਦੇਣ ਦੀ ਆਦਤ ਪਾਓ। ਮੈਂ ਬੜੀਆਂ ਸਟੇਜਾਂ ਤੇ ਗੱਲ ਕੀਤੀ ਹੈ, ਮੈਂ ਇਹੀ ਗੱਲ ਕਹਿਣੀ ਹੈ, ਤੁਹਾਡੇ ਨਾਲ ਫਤਿਹ ਬੁਲਾ ਦੇਣੀ ਹੈ। ਅਸੀਂ ਫਤਿਹਗੜ੍ਹ ਸਾਹਿਬ ਸਰਹੱਦ ਦੇ ਮੇਲੇ ਤੇ ਜਾ ਰਹੇ ਹਾਂ। ਲੰਗਰ ਜਗ੍ਹਾ ਜਗ੍ਹਾ ਲੱਗੇ, ਔਰ ਬੰਦਾ ਕਿੰਨੇ ਕੁ ਛਕ ਲੂਗਾ ਭਰਪੂਰ। ਤੇ ਅਸੀਂ ਗੱਡੀ ਨਾ ਰੋਕੀ ਤੇ 60-65 ਸਾਲ ਦਾ 70 ਸਾਲ ਦਾ ਹੋ ਗਿਆ, ਚਿੱਟਾ ਦਾੜਾ ਬਜ਼ੁਰਗ ਦਾ, ਉਹ ਭੱਜ ਕੇ ਗੱਡੀ ਦੇ ਅੱਗੇ ਲਵਾ ਪੈ ਗਿਆ। ਇੱਕਦਮ ਬ੍ਰੇਕ ਲਾਈ ਤੇ ਉਹਦੇ ਬਿਲਕੁਲ ਨਾਲ ਲਾ ਕੇ ਗੱਡੀ ਰੁਕ ਗਈ। ਮੈਂ ਗੱਡੀ ਤੋਂ ਥੱਲੇ ਉਤਰਿਆ, ਉਤਰ ਕੇ ਮੈਂ ਲੰਗਰ ਸਿੰਘਾਂ ਵਾਲੀ ਮਾਰੀ, ਮੈਂ ਬਾਬਾ ਤੂੰ ਮਰਨਾ ਤੇ ਕਿਸੇ ਹੋਰ ਗੱਡੀ ਥੱਲੇ ਆ ਜਾ, ਸਾਡੀ ਥੱਲੇ ਉਹਨਾਂ ਨੂੰ ਮੁੜ ਕੇ ਸਾਨੂੰ ਦੋਸ਼ ਲਾਓਗੇ ਵੀ ਨਿਗਾਹ ਨੇ ਭੰਗ ਪੀਤੀ ਸੀ। ਕਹਿਣ ਲੱਗਾ ਸ਼ੇਰਾ ਲੰਗਰ ਛੱਕ ਦਿਓ। ਮੈਂ ਕਿਹਾ ਤੈਨੂੰ ਪਤਾ ਹੈ ਲੰਗਰ ਦੀ ਕੀਮਤ ਕਿੰਨੀ ਦੇਣੀ ਪੈਣੀ ਸੀ? ਕਹਿੰਦਾ ਕਿੰਨੀ ਕੁ ਦੇਣੀ ਪੈਣੀ ਸੀ? ਮੈਂ ਸੇਵਾ ਕਰਾਉਂਦੇ ਆ। ਮੈਂ ਕਿਹਾ ਸੇਵਾ ਦੀ ਕੀਮਤ ਬਹੁਤ ਦੇਣੀ ਪੈਣੀ ਸੀ। ਕਹਿੰਦਾ ਕਿੰਨੀ ਕੁ ਦੇਣੀ ਸੀ? ਮੈਂ ਕਿਹਾ ਤੇਰੀ ਜਾਨ ਚਲੀ ਜਾਣੀ ਸੀ। ਕਹਿੰਦਾ ਬਸ। ਕਹਿੰਦਾ ਭਾਈ ਮੋਦੀ ਮੈਂ ਨਹੀਂ ਯਾਦ ਕਰਨਾ, ਉਹਨੇ ਵੀ ਸੇਵਾ ਕੀਤੀ ਸੀ ਲੰਗਰ ਦੀ। ਕਹਿੰਦਾ ਸਾਰਾ ਪਰਿਵਾਰ ਹੀ ਉਹਦਾ ਸ਼ਹੀਦ ਕਰ ਦਿੱਤਾ ਗਿਆ ਸੀ, ਮੈਂ ਤਾਂ ਇਕੱਲਾ ਹੀ ਆ। ਸੱਚ ਜਾਣੇ ਸਟੇਜ ਤੇ ਬੈਠਾ ਮੇਰੀ ਅੱਖਾਂ 'ਚ ਪਾਣੀ ਆ ਗਿਆ। ਮੈਂ ਕਿਹਾ ਐਵੇਂ ਨਹੀਂ ਤੁਹਾਨੂੰ ਮਹਾਰਾਜ ਨੇ ਇੰਨੀਆਂ ਜ਼ਮੀਨਾਂ ਤੇ ਇੰਨੀਆਂ ਸਰਦਾਰੀਆਂ ਦਿੱਤੀਆਂ, ਤੁਸੀਂ ਵਾਕਿਆ ਹੀ ਸੇਵਾ ਕਰਦੇ ਜੀ। ਇਹ ਲੰਗਰ ਲਾਉਂਦੇ ਨੇ ਤੇ ਅਸੀਂ ਕੀ ਕਰਦੇ ਆ, ਨਾਲੇ ਆਪ ਖਾਣ ਜਾਂਦੇ ਨਾਲ ਲਿਫਾਫੇ ਲੈ ਜਾਂਦੇ, ਉਹ ਮੁੜ ਕੇ ਲਿਫਾਫੇ ਭਰ ਕੇ ਲੰਗਰ ਦੀ ਬੇਦਬੀ ਵੀ ਕਰਦੇ ਆ। ਗੁਰੂ ਕਾ ਲੰਗਰ ਹੁੰਦਾ, ਇੱਥੋਂ ਭਰ ਲਿਫਾਫਾ, ਉੱਥੋਂ ਭਰ ਲਿਫਾਫਾ, ਮੁੜ ਕੇ ਜਦੋਂ ਗੰਦਾ ਹੋ ਜਾਂਦਾ ਮੁਸ਼ਕ ਮਾਰ ਦਿੰਦਾ, ਫਿਰ ਸੁੱਟਦੇ ਆ। ਮਹਾਰਾਜ ਦੀ ਬਾਣੀ ਯਾਦ ਕਰੋ, ਦਿੱਤਾ ਨਹੀਂ ਇਹ ਆਪਣਾ, ਕੰਨ ਦਿੱਤਾ ਕਸ਼ਾ ਕਰਨਾ। ਜੇ ਘਰ ਤੋਂ ਦਲਿੱਦਰ ਕੱਢਣਾ ਚਾਹੁੰਦੇ ਤੁਸੀਂ ਵੀ ਲੰਗਰਾਂ 'ਚ ਹਿੱਸੇ ਪਾਓ, ਸੇਵਾ ਕਰੋ, ਸੇਵਾ ਸਿਮਰਨ ਕਰੋ, ਅਖੰਡ ਪਾਠਾਂ 'ਚ ਹਿੱਸਾ ਪਾਓ। ਮਾਤਾ ਦਾ ਜਗਰਾਤਾ ਹੋਵੇ ਤੇ 1200 ਰੁਪਈਆ, ਬਾਬਾ ਜੀਵਨ ਸਿੰਘ ਜੀ ਦਾ ਪ੍ਰਗਟ ਦਿਹਾੜਾ ਮਨਾਉਣਾ ਹੋਵੇ ਤੇ 50 ਰੁਪਈਏ। ਤੇ ਫਿਰ ਕਹਿੰਦੇ ਜੀ ਸਾਨੂੰ ਪੰਥ ਤੋਂ ਕੱਢਿਆ, ਤੇ ਕੱਢਣ ਗਈ ਫਿਰ ਤੁਹਾਨੂੰ ਰੱਖੂ ਕੌਣ ਪੰਥ 'ਚ? ਜਦੋਂ ਕਿਤੇ ਗੱਡੀ ਲੈਣੀ ਹੁੰਦੀ ਆ ਤਾਂ ਬਾਬਾ ਬੁੱਢਾ ਸਾਹਿਬ ਐਤਕੀ ਕਾਰ ਬਖਸ਼ਦੇ, ਕਾਰ ਤੇ ਆਵਾਂਗੇ। ਤੇ ਜਦੋਂ ਕਾਰ ਮਿਲ ਗਈ, ਚਲੋ ਬੁਲਾਵਾ ਆਇਆ, ਮਾਤਾ ਨੇ ਬੁਲਾਇਆ, ਤੇ ਫਿਰ ਹੋਊਗਾ ਕਿ ਸਾਡੇ ਨਾਲ। ਯਾਦ ਰੱਖੋ ਇਹ ਗੱਲਾਂ ਹਾਸੇ ਵਾਲੀਆਂ ਗੱਲਾਂ ਨਹੀਂ, ਇਹ ਗੌਰ ਕਰਨ ਵਾਲੀਆਂ ਗੱਲਾਂ ਹੈ। ਸਰਦਾਰੀ ਤਾਂ ਮਿਲੇਗੀ ਖਸਮ ਵਿਸਾਰੇ ਤੇ ਕਮਜ਼ਾਰ ਆਪਣੇ ਮਾਲਕ ਦੇ ਹੋ ਜਾਓ। ਦਾਸ ਕੋਈ ਵਿਦਵਾਨ ਨੇ, ਇੱਕ ਵਿਦਿਆਰਥੀ ਆ, ਬੇਅੰਤ ਭੁੱਲਾਂ ਹੋ ਗਈਆਂ, ਗੁਰੂ ਕੀ ਸੰਗ ਬਖਸ਼ਣ ਜੋ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਕਦਮ ਕਦਮ ਲੈ ਕੇ ਚਲਾਓ। ਇਹ ਲੋਕ ਸੁਖੀ ਅਤੇ ਲੋਕ ਸਹਿਲੇ, ਨਾਨਕ ਹਰ ਹਰ ਆਪੇ ਮਿਲੇ। ਗੁਰੂ ਪਿਆਰੀ ਸਾਧ ਸੰਗਤ ਜੀ, 5 ਸਤੰਬਰ ਦਾ ਭੁੱਲਿਓ ਕੇਸਗੜ੍ਹ ਸਾਹਿਬ, ਤਖਤ ਸਾਹਿਬ ਦੇ ਵਿਹੜੇ 'ਚ ਜਿੱਥੇ ਕਦੇ ਬਾਬਾ ਜੀਵਨ ਸਿੰਘ ਜੀ ਖੇਡਦੇ ਰਹੇ ਨੇ, ਉੱਥੇ ਇਤਿਹਾਸ ਵਿੱਚ ਪਹਿਲੀ ਵਾਰੀ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਵੱਧ ਤੋਂ ਵੱਧ
बाबा जी को प्यार करने वाली संगतां अज तो ही गोलका च माया कढो ते गड्डियां कराओ। जिहड़ा माया नहीं खर्च सकता उन्होंने भी लैके जाओ ट्रकों के उत्ते बहा के, ते जिहड़े माया खर्च सकते हैं दूजे की टिकट भी भर दो तो लैके चलो। इतिहास बनना जे दुनिया के इतिहास, ते इस इतिहास का तुसीं हिस्सा बनना जे ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ, ਨਗਰ ਨਿਵਾਸੀਆਂ ਦਾ, ਭਾਈ ਮਨਜਿੰਦਰ ਸਿੰਘ ਜੀ ਠੱਠਾ ਦਾ, ਫਿਰ ਭਾਈ ਮਨਜਿੰਦਰ ਸਿੰਘ ਜੀ ਜੇਠੂਵਾਲ ਜੀ ਜਿਨ੍ਹਾਂ ਦੀ ਉਦਮ ਦਾ ਸਦਕਾ, ਭਾਈ ਅਮਰੀਕ ਸਿੰਘ ਜੀ ਤੁਤੋਕੇ ਜਿਨ੍ਹਾਂ ਦੀ ਪ੍ਰੇਰਨਾ ਦਾ ਸਦਕਾ ਦਾਸ ਨੂੰ ਇੱਥੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਇਹ ਠੱਠਾ ਪਿੰਡ ਧੰਨਤਾ ਦੇ ਯੋਗ ਆ। ਇਹ ਸਤਿਗੁਰੂ ਜੀ ਦੀ ਰਹਿਮਤ ਦਾ ਪਾਤਰ ਬਣ ਗਿਆ ਜਿੱਥੇ ਇਸ ਨੇ ਸਮਾਗਮ ਮਨਾਇਆ, ਜਿੱਥੇ ਇਹਨੇ ਗੁਰਮਤਿ ਪ੍ਰਚਾਰ ਕੀਤਾ, ਉੱਥੇ ਅੰਮ੍ਰਿਤ ਸੰਚਾਰ ਵੀ ਕੀਤਾ। ਇਹ ਵਧਾਈ ਦੇ ਪਾਤਰ ਹੋ, ਲੱਖ ਲੱਖ ਵਧਾਈਆਂ। ਉਹਨਾਂ ਦੀ ਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।